ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਤੀਜਾ। ਮਨ ਮੁਖ ਮਰੈ ਮਰ ਮਰਨ ਵਿਗਾੜੈ, ਦੂਜੈ ਭਾਏ ਆਤਮ ਸੰਘਾਰੈ। ਮਨ ਮੁਖ ਮਰੈ ਮਰ ਮਰਨ ਵਿਗਾੜੈ, ਦੂਜੈ ਭਾਏ ਆਤਮ ਸੰਘਾਰੈ। ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨਾ ਚੀਨੈ ਭਰਮੈ ਵਿਚ ਸੂਤਾ। ਮਰ ਮੁਆ ਸਬਦੇ ਮਰ ਜਾਏ, ਉਸਤਤ ਨਿੰਦਾ ਗੁਰ ਸਮ ਜਾਣ ਆਈ। ਇਸ ਜੁਗ ਮਹਿਲਾ ਹਰ ਜਪ ਲੈ ਜਾਏ ਰਹਾਉ। ਨਾਮ ਮਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੈ ਲੋਭਾਏ। ਨਾਮ ਬਿਹੂਣੀ ਦੁਖ ਜਲੈ ਸਬਾਈ, ਸਤਿਗੁਰ ਪੂਰੈ ਬੂਝ ਬੁਝਾਈ। ਮਨ ਚੰਚਲ ਬੋ ਚੋਟਾ ਖਾਏ, ਇਥੋ ਛੁੜਕਿਆ ਠੌਰ ਨਾ ਪਾਏ। ਗਰਭ ਜੋਨ ਵਿਸਟਾ ਕਾ ਵਾਸ, ਤਿਤ ਕਰ ਮਨ ਮੁਖ ਕਰੇ ਨਿਵਾਸ। अपने सतगुर को सदा बल जाई, गुरमुख ज्योति ज्योत मिलाई। निर्मल बाणी निज कर वासा, नानक हो मैं मारे सदा उदासा। निर्मल बाणी निज कर वासा, नानक हो मैं मारे सदा उदासा। मन मुख मरै मर मरण बिगाड़ै, दूजै पाए आत्म संघारै। वाहिगुरु जी का खालसा, वाहिगुरु जी की फतेह। परम सन्मान योग सतगुरु महाराज दी साजी नवाजी होई। गुरु खालसा सत संगत जीओ, सतगुरु ने अपार बख्शिश कीती। आप संगतां सतगुरु दी अमृतमयी बाणी दी लड़ीवार कथा विचार सरवण कर रहे हो। ਤੀਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਭੱਲਿਆਂ ਦੀ ਬੰਸ ਦੇ ਅਵਤੰਸ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਸਲੀ ਸਫਲ ਮਰਨਾ ਕਿਹੜਾ ਹੁੰਦਾ ਹੈ, ਉਹਦੇ ਬਾਰੇ ਸਮਝਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, कबीर मरता मरता जग मोआ, मर पे न जाने कोई। ऐसी मरनी जो मरै, बहुर न मरना होए। जिह मरना सब जगत त्रासिया, सो मरना गुर शब्द प्रकाशिया। अब कैसे मरो मरण मन मानिया, मर मर जाते जन राम न जानिया। कबीर जिस मरने ते जग डरै, मेरे मन आनंद। मरने ही ते पाइया पूर्ण परमानंद। कबीर मोह मरने का चाओ है, मरो तो हर कै द्वार। मत हर पूछै कौन है परा हमारे बार। ये है सफल मौत। सिख धर्म दे अंदर दो किस्म का मरना प्रवान है। एक तो ਸ਼ਬਦ ਦੁਆਰਾ
ਜੀਵਤ ਭਾਵ ਤੋਂ ਮਰਨਾ ਇਹ ਸਫਲ ਮਰਨਾ ਹੈ। ਦੂਸਰਾ ਹੈ ਧਰਮ ਯੁੱਧ ਵਿੱਚ ਆਪਾ ਭਾਵ ਛੱਡ ਕੇ ਲੜਨਾ ਤੇ ਸ਼ਹੀਦੀ ਪ੍ਰਾਪਤ ਕਰਨੀ, ਇਹ ਦੂਸਰੀ ਸਫਲ ਮੌਤ ਹੈ। ਇੱਕ ਸ਼ਾਸਤਰ ਦੀ ਮੌਤ, ਦੂਸਰੀ ਸ਼ਾਸਤਰ ਦੀ ਮੌਤ। ਸ਼ਾਸਤਰ ਕਹਿੰਦੇ ਨੇ ਹਥਿਆਰ ਨੂੰ ਤੇ ਸ਼ਾਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ। ਭਾਵ ਜਾਂ ਤੇ ਗੁਰਸਿੱਖ ਦੀ ਧਰਮ ਯੁੱਧ ਵਿੱਚ ਸ਼ਹੀਦੀ ਹੋਵੇ ਜਾਂ ਫਿਰ ਬਾਣੀ ਦੁਆਰਾ, ਨਾਮ ਦੁਆਰਾ ਉਹ ਆਪਣੇ ਸਰੀਰ ਦਾ ਮੋਹ ਛੱਡ ਕੇ ਵਾਹਿਗੁਰੂ ਵਿੱਚ ਲੀਨ ਹੋ ਜਾਵੇ। ਇਹ ਦੋ ਕਿਸਮ ਦੀ ਮੌਤ ਪ੍ਰਵਾਨ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸਲੀ ਸਫਲ ਮਰਨਾ ਕਿਹੜਾ ਹੁੰਦਾ ਹੈ, ਉਹਦੇ ਬਾਰੇ ਸਾਨੂੰ ਸਮਝਾਓ। ਤਾਂ ਹਜ਼ੂਰ ਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਮਰ ਮੋਇਆ ਸ਼ਬਦੇ ਮਰ ਜਾਏ, ਉਸਤਤ ਨਿੰਦਾ ਗੁਰ ਸਮ ਜਾਣ ਆਈ, ਇਸ ਜੁਗ ਮੈਂ ਲਾਹਾ ਹਰ ਜਪ ਲੈ ਜਾਏ। ਰਹਾਉ ਸਫਲ ਮਰਨਾ ਕਿਹੜਾ ਹੈ? ਮਰ ਮੋਇਆ ਸ਼ਬਦੇ ਮਰ ਜਾਏ। ਅਸਲੀ ਉਹੀ ਸੋਹਣੀ ਸੋਹਣੀ ਮੌਤ ਮਰਿਆ ਹੈ, ਉਹ ਗੁਰਸਿੱਖ ਮਾਈ ਭਾਈ ਸੁਭਾਗੀ ਮੌਤ ਮਰਿਆ ਹੈ। ਸ਼ਬਦੇ ਮਰ ਜਾਏ, ਜਿਹੜਾ ਗੁਰੂ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ। ਗੁਰ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰਨ ਦਾ ਮਤਲਬ ਕੀ ਹੈ? ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਸਮਝਾਉਂਦੇ ਸਨ। ਸਾਡਾ ਗੁਰਬਾਣੀ ਨਾਲ, ਗੁਰੂ ਦੇ ਬਖਸ਼ੇ ਨਾਮ ਦੇ ਨਾਲ ਇੰਨਾ ਪਿਆਰ ਹੋ ਜਾਵੇ, ਨਾਮ ਜਪਦਿਆਂ ਜਪਦਿਆਂ ਸਾਡਾ ਮਨ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਵੇ ਤੇ ਸਾਨੂੰ ਸਰੀਰ ਦੀ ਵੀ ਪਰਵਾਹ ਨਾ ਰਵੇ, ਸੰਸਾਰ ਦੀ ਵੀ ਪਰਵਾਹ ਨਾ ਰਵੇ। ਇਹ ਸ਼ਬਦ ਦੀ ਮੌਤ ਹੈ। ਮਰ ਮੋਇਆ ਸ਼ਬਦੇ ਮਰ ਜਾਏ। ਅਸਲੀ ਮੌਤੇ ਉਹੀ ਮਰਿਆ ਹੈ ਜੋ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ। ਇਸ ਪੰਕਤੀ ਦੇ ਵਿਦਵਾਨਾਂ ਨੇ ਹੋਰ ਢੰਗ ਦੇ ਨਾਲ ਵੀ ਅਰਥ ਕੀਤੇ ਨੇ। ਮਰ ਮੋਇਆ, ਉਹਦਾ ਮਰਨਾ ਹੀ ਮੋਇਆ ਖਤਮ ਹੋ ਗਿਆ। ਸ਼ਬਦੇ ਮਰ ਜਾਏ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ, ਉਹਦਾ ਮਰਨਾ ਹੀ ਮੁੱਕ ਜਾਂਦਾ ਹੈ, ਉਹਦਾ ਮਰਨਾ ਹੀ ਖਤਮ ਹੋ ਜਾਂਦਾ ਹੈ। ਇਹ ਵੀ ਅਰਥ ਕੀਤਾ ਹੈ। ਮਰ ਮੋਇਆ ਸ਼ਬਦੇ ਮਰ ਜਾਏ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦਾ ਹੈ। ਮਰ ਮੋਇਆ, ਉਹਦਾ ਮਰ ਦਾ ਅਰਥ ਹੈ ਕਾਲ, ਵੀ ਉਹਦਾ ਕਾਲ ਵੀ ਮਰ ਜਾਂਦਾ ਹੈ, ਉਹਦੇ ਨੇੜੇ ਕਾਲ ਵੀ ਨਹੀਂ ਆ ਸਕਦਾ। ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦਾ ਹੈ ਨਾ, ਸ਼ਬਦ ਸੁਣੇ ਜਮ ਦੂਰੋਂ ਭਾਗੈ, ਮਤ ਮਾਰੇ ਹਰਿ ਜਿਉ ਬੇਪਰਵਾਹ ਹੈ। ਪਰ ਗੁਰਸਿੱਖ ਵਿਦਵਾਨਾਂ ਨੇ ਇਹ ਸ਼ਬਦ ਵਿੱਚ ਜਿਹੜੀ ਅਸਲੀ ਚੰਗੀ ਮੌਤ ਹੈ ਤੇ ਜਿਹੜੀ ਭੈੜੀ ਮੌਤ ਹੈ, ਉਹਨਾਂ ਦੋਹਾਂ ਦਾ ਸਮ ਵਿਸ਼ਲੇਸ਼ਣ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਚੰਗੀ ਮੌਤ ਮਰਨ ਦੀ ਜਾਚ ਸਤਿਗੁਰੂ ਨੇ ਸਿਖਾਈ ਹੈ। ਮਰ ਮੋਇਆ, ਉਹ ਅਸਲੀ ਮੌਤੇ ਮਰਿਆ ਹੈ ਜੋ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ। ਉਸਤਤ ਨਿੰਦਾ ਗੁਰ ਸਮਝਣ ਆਈ, ਉਸ ਨੂੰ ਗੁਰੂ ਨੇ ਉਸਤਤ ਤੇ ਨਿੰਦਾ ਇੱਕ ਸਮਾਨ ਹੀ ਜਣਾ ਦਿੱਤੀ। ਭਾਵ ਜਿਸ ਉਤੇ ਗੁਰੂ ਦੀ ਮਿਹਰ ਹੋ ਜਾਂਦੀ ਹੈ, ਉਸ ਦੀ ਕੋਈ ਭਾਵੇਂ ਉਸਤਤ ਕਰੀ ਜਾਵੇ, ਉਹ ਬਹੁਤਾ ਖੁਸ਼ ਨਹੀਂ ਹੁੰਦਾ, ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ। ਜੇ ਕੋਈ ਨਿੰਦਿਆ ਕਰੀ ਜਾਵੇ, ਇਹਦੇ ਨਾਲ ਉਹਦਾ ਮਨ ਉਦਾਸ ਨਹੀਂ ਹੁੰਦਾ। ਦੋਵੇਂ ਅਵਸਥਾ ਦੇ ਵਿੱਚ ਇੱਕ ਸਮਾਨ ਹੀ ਰਹਿੰਦਾ, ਕਿਉਂਕਿ ਸਤਿਗੁਰੂ ਨੇ ਉਸਤਤ ਤੇ ਨਿੰਦਾ ਉਹਨੂੰ ਇੱਕ ਬਰਾਬਰ ਹੀ ਜਣਾ ਦਿੱਤੀ। ਇਸ ਯੁਗ ਮੈਂ ਲਾਹਾ ਹਰ ਜਪ ਲੈ ਜਾਏ, ਉਹ ਗੁਰਮੁਖ ਵਿਅਕਤੀ ਇਸ ਕਲਯੁਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕੇ
ਤੇ ਉਹ ਨਾਮ ਦਾ ਲਾਹਾ ਲੈ ਕੇ ਅੱਗੇ ਪਰਲੋਕ ਨੂੰ ਜਾਂਦਾ ਹੈ। ਐਸੇ ਗੁਰਮੁਖ ਦੀ ਜਿਹੜੀ ਮਰਨੀ ਹੈ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ, ਉਹਦੀ ਸੁਭਾਗੀ ਮੌਤ ਹੈ, ਉਹਦੀ ਸਫਲ ਮੌਤ ਹੈ। ਮੌਤ ਕਈ ਕਿਸਮਾਂ ਦੀ ਵਿਦਵਾਨਾਂ ਨੇ ਲਿਖੀ ਹੈ। ਇੱਕ ਆਰਥਕ ਮੌਤ ਹੈ। ਆਰਥਕ ਮੌਤ ਕਿਸ ਨੂੰ ਕਹਿੰਦੇ ਨੇ? ਕਿਸੇ ਮਨੁੱਖ ਦੇ ਕੋਲੋਂ ਪਦਾਰਥ ਮੁੱਕ ਜਾਣ, ਧਨ ਮੁੱਕ ਜਾਵੇ, ਮਾਇਆ ਮੁੱਕ ਜਾਵੇ ਤੇ ਉਹ ਫਿਰ ਦੂਸਰਿਆਂ ਦੇ ਕੋਲੋਂ ਮੰਗਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਕਿਸੇ ਦੀ ਮਾਇਆ ਖਤਮ ਹੋ ਗਈ, ਇਹ ਆਰਥਕ ਮੌਤ ਹੈ। ਤੇ ਦੂਸਰੀ ਸਮਾਜਕ ਮੌਤ ਹੈ। ਕੋਈ ਐਸੀ ਗਲਤੀ ਹੋ ਗਈ, ਸਮਾਜ ਦੇ ਵਿੱਚ ਬਦਨਾਮੀ ਹੋ ਗਈ, ਲੋਕ ਕਹਿੰਦੇ ਨੇ ਲੈ ਵੀ ਇਹ ਤੇ ਮਰ ਗਿਆ। ਜਿਸ ਦੀ ਬਦਨਾਮੀ ਹੋਵੇ, ਇਹ ਸਮਾਜਕ ਮੌਤ ਹੈ। ਦੂਸਰੀ ਰਾਜਨੀਤਕ ਮੌਤ ਹੈ। ਰਾਜਨੀਤਿਕ ਮੌਤ ਉਸ ਨੂੰ ਕਹਿੰਦੇ ਨੇ ਵੀ ਜਿਹੜੇ ਕਿਸੇ ਦਿਨ ਤਖਤ ਦੇ ਪਾਤਸ਼ਾਹ ਹੁੰਦੇ ਨੇ, ਦੂਸਰੇ ਦਿਨ ਤਖਤੇ ਤੇ ਆ ਜਾਂਦੇ ਨੇ। ਤਖਤ ਤੋਂ ਤਖਤੇ ਤੇ ਭਾਵ ਜਿਨ੍ਹਾਂ ਦੀ ਅੱਜ ਹਕੂਮਤ ਹੁੰਦੀ ਹੈ ਤੇ ਕੱਲ ਨੂੰ ਉਹ ਭਿਖਾਰੀ ਬਣ ਜਾਂਦੇ ਨੇ। ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ, ਕਿਉਂਕਿ ਇਹ ਤੇ ਵਾਹਿਗੁਰੂ ਦੀ ਮੌਜ ਹੈ ਨਾ, ਉਹਦੀ ਰਜ਼ਾ ਹੈ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ, ਖਿਨ ਮੈਂ ਰਾਉ ਰੰਕ ਕਉ ਕਰੇ, ਰਾਉ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੈ ਜਹ ਤਾਂ ਕੋ ਵਿਵਹਾਰੇ। ਇਹ ਉਸ ਵਾਹਿਗੁਰੂ ਦੀ ਅਚਰਜ ਕੌਤਕ ਨੇ। ਕਿਸੇ ਨੂੰ ਖਿੰਨ ਦੇ ਵਿੱਚ ਹੀ ਕਿਸੇ ਰਾਜੇ ਨੂੰ ਕੰਗਾਲ ਤੇ ਕੰਗਾਲ ਤੋਂ ਰਾਜਾ ਬਣਾ ਦਿੰਦਾ। ਨਦਰ ਉਹ ਪੱਠੀ ਜੇਕਰੇ, ਸੁਲਤਾਨਾ ਕਾਹੋ ਕਰਾਇਂਦਾ, ਦਰ ਮੰਗਣ ਭਿਖ ਨਾ ਪਾਇਂਦਾ। ਜੇ ਉਸ ਪਰਮਾਤਮਾ ਦੀ ਨਿਗਾਹ ਉਲਟੀ ਹੋ ਜਾਵੇ, ਨਦਰ ਉਹ ਪੱਠੀ ਜੇ ਕਰੇ, ਜੇ ਉਹ ਪਰਮਾਤਮਾ ਪੁੱਠੀ ਨਿਗਾਹ ਕਰ ਦੇਵੇ ਤੇ ਫਿਰ ਜਿਹੜੇ ਬੜੇ ਬੜੇ ਬਾਦਸ਼ਾਹ ਹੁੰਦੇ ਨੇ, ਉਹਨਾਂ ਨੂੰ ਵੀ ਘਾਹ ਖਾਣ ਦੇ ਲਈ ਮਜਬੂਰ ਹੋਣਾ ਪੈ ਜਾਂਦਾ ਹੈ। ਇਹ ਰੱਬ ਦੀ ਮਰਜ਼ੀ, ਇਹ ਰਾਜਨੀਤਿਕ ਮੌਤ ਹੈ। ਹੁਣ ਅਕਸਰ ਅਸੀਂ ਵੇਖਦੇ ਹਾਂ ਦੁਨੀਆ ਦੇ ਵਿੱਚ, ਜਦੋਂ ਰਾਜ ਪਲਟੇ ਆਉਂਦੇ ਨੇ, ਜਾਂ ਸਿਕਦਾਰੈ ਪਵਹਿ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਉਦੋਂ ਹੀ ਚਾਕਰ ਉਸ ਨੂੰ ਮੌਤ ਦੇ ਘਾਟ ਉਤਾਰਨ ਲਈ ਮਜਬੂਰ ਹੁੰਦੇ ਨੇ। ਇਹ ਰਾਜਨੀਤਿਕ ਮੌਤ ਹੁੰਦੀ ਹੈ। ਤੀਸਰੀ ਇੱਕ ਧਾਰਮਿਕ ਮੌਤ ਹੈ, ਜਿਸ ਦੇ ਬਾਰੇ ਹਜ਼ੂਰ ਨੇ ਬਾਣੀ ਦੇ ਵਿੱਚ ਚਾਨਣਾ ਪਾਇਆ ਹੈ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਦੀਨ ਦਾ ਅਰਥ ਹੈ ਧਰਮ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਜਿਹੜਾ ਮਨੁੱਖ ਧਰਮ ਦੀ ਖਾਤਰ ਜਾਨ ਵਾਰ ਦੇਵੇ, ਇਹ ਧਰਮ ਦੀ ਮੌਤ ਹੈ। ਇਹਨੂੰ ਗੁਰੂ ਨੇ, ਸਤਿਗੁਰੂ ਨੇ ਪ੍ਰਵਾਨ ਕੀਤਾ। ਧਰਮ ਲਈ ਮਰ ਮਿਟ ਜਾਣਾ, ਇਹੋ ਜਿਹੀਆਂ ਕੁਰਬਾਨੀਆਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ। ਇੱਕ ਅਧਿਆਤਮਕ ਮੌਤ ਵੀ ਹੈ। ਉਹ ਕੀ ਹੈ? ਮਰਨੰ ਬਿਸਰਨੰ ਗੋਬਿੰਦਾ ਹੈ, ਜੀਵਨੰ ਹਰ ਨਾਮ ਤੇ ਆਵਨੈ। ਵਾਹਿਗੁਰੂ ਭੁੱਲ ਜਾਣਾ, ਇਹ ਅਧਿਆਤਮਕ ਮੌਤ ਹੈ। ਮਰਨੰ ਬਿਸਰਨੰ ਗੋਬਿੰਦਾ ਹੈ, ਜੀਵਨੰ ਹਰ ਨਾਮ ਤੇ ਆਵਨੈ। ਤੇ ਵਾਹਿਗੁਰੂ ਦਾ ਨਾਮ ਤੇ ਆਉਣਾ, ਸਿਮਰਨ ਕਰਨਾ, ਇਹ ਜੀਵਨ ਹੈ। ਉਸ ਨੂੰ ਭੁੱਲ ਜਾਣਾ ਉਹਦੀ ਮੌਤ ਹੈ। ਇਸ ਢੰਗ ਦੇ ਨਾਲ ਕਈ ਕਿਸਮਾਂ ਦੀਆਂ ਮੌਤਾਂ ਦਾ ਜ਼ਿਕਰ ਮਹਾਂਪੁਰਖ ਕਰਦੇ ਹਨ, ਪਰ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਜਿਹੜੀ ਸ਼ਬਦ ਦੀ ਮੌਤ ਹੈ, ਇਹਨੂੰ ਸਲਾਹਿਆ ਹੈ। ਤੇ ਜਿਹੜੇ ਦੂਜੇ ਪਾਸੇ ਹੋਰ ਖੋਟੀ ਮੌਤ ਲੋਕ ਮਰਦੇ ਨੇ, ਉਹਨਾਂ ਦਾ ਸਮਾਚਾਰ ਸਤਿਗੁਰੂ ਪਹਿਲੀਆਂ ਪੰਕਤੀਆਂ ਵਿੱਚ ਵਰਣਨ ਕਰ ਰਹੇ ਹਨ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਮੁਖ ਮਰੈ ਮਰ ਮਰਨ ਵਿਗਾੜੈ, ਦੂਜੈ ਭਾਏ ਆਤਮ ਸੰਘਾਰੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਫਰਮਾ ਰਹੇ ਨੇ, ਮਨਮੁਖ ਮਰੈ ਹੈ।
ਮਨਮੁਖ ਲੋਕ ਵੀ ਮਰਦੇ ਨੇ। ਮਨਮੁਖ ਕਿਸ ਨੂੰ ਕਹਿੰਦੇ ਹਨ? ਜਿਸਨੇ ਆਪਣੇ ਮਨ ਨੂੰ ਹੀ ਮੁੱਖ ਰੱਖਿਆ ਹੋਇਆ। ਦੁਨੀਆ ਵਿੱਚ ਬਹੁਤੇ ਲੋਕ ਇਹੋ ਜਿਹੇ ਨੇ ਜਿਹੜੇ ਆਪਣੇ ਮਨ ਦੀ ਮਰਜ਼ੀ ਕਰਦੇ ਨੇ। ਜਦੋਂ ਉਹਨਾਂ ਨੂੰ ਆਖੀਦਾ ਭਾਈ ਕੋਈ ਗੁਰੂ ਦੀ ਗੱਲ ਵੀ ਮੰਨ ਲਵੋ, ਕਹਿੰਦੇ ਨਹੀਂ, ਅਸੀਂ ਤਾਂ ਆਪਣੀ ਮਨ ਦੀ ਮਰਜ਼ੀ ਕਰਨੀ ਹੈ। ਜਿਹੜਾ ਮਨ ਦੀ ਮਰਜ਼ੀ ਕਰਦਾ ਉਹਨੂੰ ਮਨਮੁਖ ਆਖਿਆ ਜਾਂਦਾ, ਜਾਂ ਆਪ ਹੁਦਰੇ ਮਨੁੱਖ ਨੂੰ ਮਨਮੁਖ ਆਖਿਆ ਜਾਂਦਾ। ਮਨਮੁਖ ਮਰ ਹੈ। ਮਨਮੁਖ ਆਦਮੀ ਵੀ ਮਰਦਾ ਹੈ, ਪਰ ਹਜ਼ੂਰ ਕਹਿੰਦੇ ਮਰਨ ਵਿਗਾੜਾ। ਉਹ ਤਾਂ ਮਰ ਕੇ ਮਰਨਾ ਹੀ ਵਿਗਾੜ ਦਿੰਦਾ। ਮਨਮੁਖ ਆਦਮੀ ਐਸੀ ਕਮੌਤ ਮਰਦਾ ਹੈ, ਉਹ ਤੇ ਮਰ ਕੇ ਮਰਨਾ ਹੀ ਵਿਗਾੜ ਦਿੰਦਾ। ਲੋਕ ਉਹਦੀ ਮੌਤ ਨੂੰ ਵੇਖ ਕੇ ਹੈਰਾਨ ਹੁੰਦੇ ਨੇ, ਕਹਿੰਦੇ ਨੇ ਵੀ ਰੱਬ ਇਹੋ ਜਿਹੀ ਮੌਤ ਨਾ ਦੇਵੇ। ਜਿਵੇਂ ਮਨਮੁਖ ਮਰਦੇ ਨੇ ਨਾ, ਕੋਈ ਵੱਟ ਬੰਨੇ ਪਿੱਛੇ ਲੜਾਈ ਕਰ ਲਈ, ਕਿਤੇ ਪਾਣੀ ਪਿੱਛੇ ਲੜਾਈ ਕਰ ਲਈ, ਕਿਧਰੇ ਧਨ ਪਿੱਛੇ ਲੜਾਈ ਕਰ ਲਈ, ਕਿਧਰੇ ਐਵੇਂ ਹੰਕਾਰ ਪਿੱਛੇ ਲੜਾਈ ਕਰ ਲਈ। ਬਸ ਮਨਮੁਖ ਲੋਕਾਂ ਦਾ ਕੰਮ ਹੁੰਦਾ, ਕੋਈ ਬਹਾਨਾ ਭਾਲਦੇ ਨੇ ਲੜਾਈ ਦਾ। ਮਨਮੁਖ ਐਸੀ ਮੌਤ ਮਰਦੇ ਨੇ, ਮਰ ਕੇ ਮਰਨਾ ਹੀ ਵਿਗਾੜ ਦਿੰਦੇ ਨੇ। ਭਾਵ ਆਪ ਤਾਂ ਉਹਨਾਂ ਨੇ ਮਰਨਾ ਹੁੰਦਾ ਤੇ ਦੂਜਿਆਂ ਨੂੰ ਵੀ ਸੂਲੀ ਤੇ ਟੰਗ ਜਾਂਦੇ ਨੇ। ਉਹਦੇ ਪਿੱਛੋਂ ਕਈਆਂ ਨੂੰ ਉਮਰ ਕੈਦਾਂ ਹੁੰਦੀਆਂ ਨੇ, ਕਈਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਮਿਲਦੀਆਂ ਨੇ। ਮਨਮੁੱਖਾਂ ਦੀ ਮੌਤ ਅਜਿਹੀ ਮੌਤ ਹੈ ਜੋ ਮਰਨਾ ਹੀ ਖਰਾਬ ਕਰ ਦਿੰਦੇ ਨੇ, ਲੋਕਾਂ ਦਾ ਜਿਉਣਾ ਦੁੱਭਰ ਕਰ ਜਾਂਦੇ ਨੇ। ਆਪ ਤਾਂ ਮਰਨਾ ਹੀ ਹੁੰਦਾ, ਉਹ ਦੂਜਿਆਂ ਦਾ ਵੀ ਮਰਨਾ ਵਿਗਾੜ ਦਿੰਦੇ ਹਨ। ਉਹ ਕਿਉਂ? ਦੂਜੇ ਪਾਏ ਆਤਮ ਸੰਘਾਰ ਹੈ। ਉਹਨਾਂ ਦਾ ਪ੍ਰੇਮ ਨਾ ਬਾਣੀ ਨਾਲ ਹੁੰਦਾ, ਨਾ ਧਰਮ ਨਾਲ ਹੁੰਦਾ, ਨਾ ਦੇਸ਼ ਕੌਮ ਪੰਥ ਦੇ ਨਾਲ ਉਹਨਾਂ ਦਾ ਸਨੇਹ ਹੁੰਦਾ। ਉਹਨਾਂ ਦਾ ਪ੍ਰੇਮ ਹੁੰਦਾ ਦੂਜੇ ਪਾਏ, ਦੂਜੇ ਪਾਸੇ, ਦੁਨੀਆ ਵਾਲੇ ਪਾਸੇ, ਮਾਇਆ ਵਾਲੇ ਪਾਸੇ, ਜ਼ਮੀਨਾਂ ਜਾਇਦਾਦਾਂ ਵਾਲੇ ਪਾਸੇ। ਬਸ ਦੂਜੇ ਪਾਸੇ ਪ੍ਰੇਮ ਕਰਕੇ ਆਤਮ ਸੰਘਾਰਾ, ਉਹ ਆਪਣੇ ਆਪ ਨੂੰ ਸੰਘਾਰਾ ਦਾ ਹੱਥ ਮਾਰਦੇ ਨੇ। ਭਾਵ ਦੂਜੇ ਪਾਸੇ ਪ੍ਰੇਮ ਦੇ ਵਿੱਚ, ਜਾਂ ਇਉਂ ਸਮਝ ਲਓ ਦੂਜਾ ਪਾਏ ਉਹ ਪਰਾਏ ਘਰਾਂ ਦੇ ਵਿੱਚ ਜਾ ਕੇ ਚੋਰੀਆਂ ਯਾਰੀਆਂ ਕਰ ਕਰਕੇ ਇਸ ਢੰਗ ਦੇ ਨਾਲ ਉਹ ਆਪ ਵੀ ਮਰਦੇ ਨੇ ਤੇ ਆਪਣੇ ਆਪ ਨੂੰ ਤਬਾਹ ਕਰਦੇ ਨੇ, ਦੂਜਿਆਂ ਦਾ ਵੀ ਮਰਨਾ ਵਿਗਾੜ ਦਿੰਦੇ ਹਨ। ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨਾ ਚੀਨੈ ਭਰਮੈ ਵਿੱਚ ਸੂਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਆਦਮੀ ਮੇਰਾ ਮੇਰਾ ਕਰ ਕਰਕੇ ਵਿਗੂਤਾ ਖਰਾਬ ਹੁੰਦਾ। ਕਹਿੰਦਾ ਤਨ ਵੀ ਮੇਰਾ, ਧਨ ਵੀ ਮੇਰਾ, ਘਰ ਵੀ ਮੇਰਾ, ਪਰਿਵਾਰ ਵੀ ਮੇਰਾ, ਸੰਸਾਰ ਵੀ ਮੇਰਾ, ਸਭ ਕੁਛ ਮੇਰਾ ਹੀ ਹੈ। ਇਉਂ ਮੇਰਾ ਮੇਰਾ ਕਰ ਕਰਕੇ ਮਨਮੁਖ ਵਿਗੂਤਾ ਖਰਾਬ ਹੁੰਦਾ ਹੈ। ਆਤਮ ਨਾ ਚੀਨੈ, ਉਹ ਆਪਣੇ ਆਤਮਾ ਨੂੰ ਪਛਾਣਦਾ ਹੀ ਨਹੀਂ। ਅਸਲੀ ਜਿਹੜਾ ਆਤਮਾ ਸਰੂਪ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਿ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਉਹ ਆਪਣੇ ਆਤਮਾ ਨੂੰ ਪਛਾਣਦਾ ਹੀ ਨਹੀਂ। ਭਰਮਾਂ ਵਿੱਚ ਸੂਤਾ, ਤੇ ਭਰਮ ਦੀ ਨੀਂਦ ਵਿੱਚ ਹੀ ਸੁੱਤਾ ਪਿਆ ਰਹਿੰਦਾ ਹੈ। ਮਰ ਮੋਇਆ ਸਬਦੇ ਮਰ ਜਾਏ, ਉਸਤਤ ਨਿੰਦਾ ਗੁਰ ਸਮਝਾਣ ਆਈ। ਇਸ ਜੁਗ ਮੈਂ ਲਾਹਾ ਹਰ ਜਪ ਲੈ ਜਾਏ ਰਾਓ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਇਹਨਾਂ ਤੋਂ ਹੀ ਅਰਥ ਸ਼ੁਰੂ ਹੋਇਆ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਸਲੀ ਸਫਲ ਮਰਨਾ ਸਮਝਾਉਂਦੇ ਹਨ। ਮਰ ਮੋਇਆ, ਹਜ਼ੂਰ ਕਹਿੰਦੇ ਨੇ ਉਹ ਸੋਹਣੀ ਮੌਤ ਮਰਿਆ, ਉਹ ਸੁਭਾਗੀ ਮੌਤ ਮਰਿਆ, ਉਹ ਸਫਲ ਮਰਨੀ ਮਰਿਆ ਹੈ। ਸ਼ਬਦੇ ਮਰ ਜਾਏ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ, ਅਥਵਾ ਗੁਰੂ ਉਪਦੇਸ਼ ਨੂੰ ਧਾਰਨ ਕਰਕੇ ਸੰਸਾਰ ਵੱਲੋਂ ਤੇ ਸਰੀਰ ਵੱਲੋਂ ਮਰ ਜਾਂਦਾ ਹੈ, ਉਹਦਾ ਮਰਨਾ ਸਫਲ ਹੈ। ਉਸਤਤ ਨਿੰਦਾ ਗੁਰ ਸਮਝਣ ਆਈ। ਸਤਿਗੁਰੂ ਨੇ ਉਸ ਗੁਰਸਿੱਖ ਮਾਈ ਭਾਈ ਨੂੰ ਇਹ ਗੱਲ ਵੀ ਜਣਾ ਦਿੱਤੀ ਵੀ ਐਵੇਂ ਦੁਨੀਆ ਦੀ ਵਡਿਆਈ ਤੇ ਖੁਸ਼ਾਮਦ ਸੁਣ ਕੇ ਫੁੱਲਣਾ ਨਹੀਂ ਹੈ, ਤੇ ਨਿੰਦਿਆ ਸੁਣ ਕੇ ਘਬਰਾਉਣਾ ਨਹੀਂ ਹੈ।
ਉਸਤਤ ਨਿੰਦਾ ਦੇ ਵਿੱਚ ਇੱਕ ਸਮਾਨ ਹੀ ਰਹਿਣਾ। ਇੱਕ ਸਤਿਗੁਰੂ ਨੇ ਉਸ ਨੂੰ ਗੱਲ ਸਮਝਾ ਦਿੱਤੀ, ਇਸ ਯੁੱਗ ਮੈਂ ਲਾਹਾ ਹਰ ਜਪ ਲੈ ਜਾਏ। ਫਿਰ ਉਹ ਗੁਰਮੁਖ ਪਿਆਰੇ ਇਸ ਕਲਯੁਗ ਦੇ ਵਿੱਚ, ਇਸ ਸੰਸਾਰ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਵਾਹਿਗੁਰੂ ਦੇ ਨਾਮ ਦਾ ਲਾਹਾ ਲੈ ਕੇ ਅੱਗੇ ਪਰਲੋਕ ਨੂੰ ਜਾਂਦੇ ਹਨ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਇਹ ਉਹਨਾਂ ਗੁਰਮੁਖਾਂ ਦਾ ਮਰਨਾ ਵੀ ਸਫਲ ਹੁੰਦਾ ਹੈ। ਨਾਮ ਵਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੈ ਲੋਭਾਏ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖ ਤੇ ਨਾਮ ਦਾ ਲਾਹਾ ਲੈ ਕੇ ਅੱਗੇ ਜਾਂਦੇ ਨੇ, ਪਰ ਦੂਜੇ ਪਾਸੇ ਮਨਮੁਖ ਆਦਮੀ ਨਾਮ ਵਿਹੂਣ, ਉਹ ਨਾਮ ਤੋਂ ਵਿਹੂਣੇ ਹੁੰਦੇ ਨੇ। ਉਹ ਨਾਮ ਤੋਂ ਵਿਹੂਣੇ ਰਹਿ ਕੇ ਗਰਭ ਗਲ ਜਾਏ, ਉਹ ਤੇ ਗਰਭ ਦੇ ਵਿੱਚ ਹੀ ਗਲ ਜਾਂਦੇ ਨੇ। ਅੱਜ ਜਿਵੇਂ ਅਕਸਰ ਅਸੀਂ ਵੇਖਦੇ ਹਾਂ, ਕਈ ਬੱਚੇ ਗਰਭ ਦੇ ਵਿੱਚ ਹੀ ਉਹ ਗਲ ਜਾਂਦੇ ਨੇ। ਗਰਭ ਠਹਿਰਦਾ ਨਹੀਂ ਹੈ, ਗਰਭ ਗਿਰ ਜਾਂਦਾ ਹੈ। ਇਹਨੂੰ ਗਰਭ ਦੇ ਵਿੱਚ ਗਲ ਜਾਣਾ ਆਖਦੇ ਨੇ। ਲਓ ਹਜ਼ੂਰ ਕਹਿੰਦੇ ਨੇ, ਜਿਹੜੇ ਨਾਮ ਤੋਂ ਵਿਹੂਣੇ ਨੇ ਉਹ ਤੇ ਮਨਮੁਖ ਗਰਭ ਦੇ ਵਿੱਚ ਹੀ ਗਲ ਜਾਂਦੇ ਨੇ। ਬਿਰਥਾ ਜਨਮ ਦੂਜਾ ਲੋਭਾਏ, ਕਿਉਂਕਿ ਉਹਨਾਂ ਦਾ ਚਿੱਤ ਦੂਜੇ ਪਾਸੇ ਲੁਭਾਏ ਮਨ ਹੋਇਆ ਰਹਿੰਦਾ ਹੈ। ਇਸੇ ਲਈ ਉਹਨਾਂ ਦਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਬੇਅਰਥ ਹੁੰਦਾ। ਇਸੇ ਲਈ ਅਕਾਲ ਪੁਰਖ ਵਾਹਿਗੁਰੂ ਦੁਬਾਰਾ ਉਹਨਾਂ ਨੂੰ ਜਨਮ ਦਿੰਦਾ ਹੀ ਨਹੀਂ, ਕਿਉਂਕਿ ਉਹਨਾਂ ਨੇ ਇਸ ਦੀ ਕਦਰ ਨਹੀਂ ਕਰਨੀ। ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ, ਉਹ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਮਾਇਆ ਪਿੱਛੇ, ਲੜਾਈ ਝਗੜਿਆਂ ਪਿੱਛੇ, ਵਿਸ਼ਿਆਂ ਦੇ ਪਿੱਛੇ, ਨਸ਼ਿਆਂ ਦੇ ਪਿੱਛੇ ਬਰਬਾਦ ਕਰਦੇ ਨੇ। ਇਸੇ ਲਈ ਅਕਾਲ ਪੁਰਖ ਵਾਹਿਗੁਰੂ ਫਿਰ ਉਹਨਾਂ ਨੂੰ ਗਰਭ ਦੇ ਵਿੱਚ ਹੀ ਗਾਲ ਸੁੱਟਦਾ ਹੈ। ਨਾਮ ਵਿਹੂਣੀ ਦੁਖ ਜਲੈ ਸਬਾਈ, ਸਤਿਗੁਰ ਪੂਰੈ ਬੂਝ ਬੁਝਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਸਤਿਗੁਰੂ ਨੇ ਸਾਨੂੰ ਇਹ ਬੂਝ ਸੋਝੀ ਸਮਝਾ ਦਿੱਤੀ ਹੈ। ਪੂਰੇ ਗੁਰੂ ਨੇ ਸਾਨੂੰ ਸਮਝ ਦੇ ਦਿੱਤੀ ਹੈ ਕਿ ਨਾਮ ਵਿਹੂਣੀ ਦੁਖ ਜਲੈ ਸਬਾਈ। ਜਿਹੜੀ ਨਾਮ ਤੋਂ ਵਿਹੂਣੀ ਸ੍ਰਿਸ਼ਟੀ ਹੈ ਉਹ ਸਾਰੀ ਦੀ ਸਾਰੀ ਦੁੱਖ ਦੇ ਵਿੱਚ ਸੜ ਰਹੀ ਹੈ। ਤੁਸੀਂ ਸੰਸਾਰ ਵੱਲ ਨਿਗਾਹ ਮਾਰ ਕੇ ਦੇਖੋ, ਫਰੀਦਾ ਮੈਂ ਜਾਣਿਆ ਦੁਖ ਮੁਝ ਕੋ, ਦੁਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅਗ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਜਿਹੜੀ ਨਾਮ ਤੋਂ ਵਿਹੂਣੀ ਸ੍ਰਿਸ਼ਟੀ ਹੈ, ਹਜ਼ੂਰ ਕਹਿੰਦੇ ਸਾਰੀ ਦੀ ਸਾਰੀ ਦੁੱਖ ਵਿੱਚ ਸੜ ਰਹੀ ਹੈ। ਮਨ ਚੰਚਲ ਬੋ ਚੋਟਾ ਖਾਏ, ਇਥੋਂ ਛੁੜਕਿਆ ਠੌਰ ਨਾ ਪਾਏ। ਲੋ ਹਜ਼ੂਰ ਕਹਿੰਦੇ ਨੇ, ਜਿਹੜਾ ਮਨਮੁਖ ਦਾ ਮਨ ਬੜਾ ਚੰਚਲ ਹੁੰਦਾ ਹੈ। ਕਬਹੂ ਜੀਰਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਇਹ ਮਨਮੁਖ ਦੀ ਹਾਲਤ ਹੈ। ਉਹਦਾ ਮਨ ਚੰਚਲ ਹੁੰਦਾ ਹੈ, ਬਹੁਤ ਚੋਟਾਂ ਖਾਏ, ਇਸੇ ਲਈ ਬਹੁਤੀਆਂ ਚੋਟਾਂ ਵੀ ਖਾਂਦਾ ਹੈ। ਇੱਥੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਹੈ ਤੇ ਅੱਗੇ ਪ੍ਰਲੋਕ ਵਿੱਚ ਜਮਾਂ ਦੀਆਂ ਚੋਟਾਂ ਖਾਂਦਾ ਹੈ। ਇੱਥੋਂ ਛੁਟਕਿਆ ਠੌਰ ਨਾ ਪਾਏ। ਆ ਜਿਹੜੀ ਮਨੁੱਖਾ ਦੇਹ ਹੈ, ਇਹ ਮਾਨੋ ਇੱਕ ਐਸੀ ਪੌੜੀ ਹੈ, ਜਦੋਂ ਇੱਥੋਂ ਹੱਥ ਛੁੱਟ ਗਿਆ, ਇੱਥੋਂ ਛੁੱਟ ਗਿਆ, ਜਦੋਂ ਇਸ ਪੌੜੀ ਤੋਂ ਹੱਥ ਛੁੱਟ ਗਿਆ, ਠੌਰ ਨਾ ਪਾਏ, ਫਿਰ ਕਿਧਰੇ ਵੀ ਟਿਕਾਣਾ ਨਹੀਂ ਮਿਲੇਗਾ। ਜਿਵੇਂ ਕੋਈ ਆਦਮੀ ਉੱਚੀ ਪੌੜੀ ਤੇ ਚੜ੍ਹਿਆ ਹੋਵੇ ਤੇ ਪੌੜੀ ਦਾ ਟੰਬਾ ਛੱਡ ਦੇਵੇ ਤੇ ਹੇਠਾਂ ਡਿੱਗਦਾ ਹੈ, ਇਸੇ ਤਰ੍ਹਾਂ ਮਨੁੱਖਾ ਜਨਮ ਇੱਕ ਐਸੀ ਪੌੜੀ ਹੈ। ਅਸੀਂ 84 ਲੱਖ ਜੂਨਾਂ ਪਿੱਛੇ ਛੱਡ ਕੇ ਆਏ ਹਾਂ ਤੇ ਇਸ ਮਨੁੱਖਾ ਦੇਹ ਦੇ ਵਿੱਚ ਅਸੀਂ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਸੀ, ਪਰ ਅਸੀਂ ਉਸ ਪਾਸੇ ਧਿਆਨ ਨਹੀਂ ਦਿੱਤਾ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲ ਇਹ ਦੇਹ ਸੰਜਰੀਆ। ਅਸੀਂ ਪੈ ਗਏ ਮਾਇਆ ਦੇ ਪਿੱਛੇ, ਅਸੀਂ ਪੈ ਗਏ ਪਦਾਰਥਾਂ ਦੇ ਪਿੱਛੇ, ਅਸੀਂ ਪੈ ਗਏ ਨਸ਼ਿਆਂ ਵਿਸ਼ਿਆਂ ਦੇ ਪਿੱਛੇ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਗੱਲ ਨੂੰ ਯਾਦ ਰੱਖੋ, ਜਦੋਂ ਇਸ ਪੌੜੀ ਤੋਂ ਹੱਥ ਛੁੱਟ ਗਿਆ ਨਾ, ਫਿਰ ਕਿਧਰੇ ਵੀ ਠਹਿਰਨ ਲਈ ਥਾਂ ਨਹੀਂ ਮਿਲੇਗੀ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਅਹਲਾ ਜਨਮ ਗਵਾਇਆ। ਇਹ ਮਨੁੱਖਾ ਜਨਮ ਇੱਕ ਪੌੜੀ ਹੈ। ਇਸ ਪੌੜੀ ਰਾਹੀਂ ਅਸੀਂ ਰੱਬ ਨੂੰ ਮਿਲ ਸਕਦੇ ਹਾਂ, ਉਸ ਵਾਹਿਗੁਰੂ ਦੇ ਦਰ ਤੱਕ ਪਹੁੰਚ ਸਕਦੇ ਹਾਂ।
ਬਿਨ ਪੌੜੀਆਂ ਮੰਦਰ ਕਿਉਂ ਚੜ੍ਹੈ ਰਾਮ। ਉੱਚੇ ਮਕਾਨ ਤੇ ਜਾਣਾ, ਉੱਥੇ ਪੌੜੀ ਚਾਹੀਦੀ ਹੈ ਜਾਂ ਲਿਫਟ ਹੋਣੀ ਚਾਹੀਦੀ ਹੈ। ਪਰ ਹਜ਼ੂਰ ਕਹਿੰਦੇ ਜਦੋਂ ਇਸ ਪੌੜੀ ਤੋਂ ਹੱਥ ਛੁੱਟ ਗਿਆ ਤੇ ਫਿਰ ਕਿਧਰੇ ਵੀ ਠਹਿਰਨ ਲਈ ਥਾਂ ਨਹੀਂ ਮਿਲੇਗੀ। ਗਰਭ ਜੋਨ ਵਿਸਟਾ ਕਾ ਵਾਸ, ਤਿਤ ਘਰ ਮਨਮੁਖ ਕਰੇ ਨਿਵਾਸ। ਤੇ ਫਿਰ ਮਹਾਰਾਜ ਮਨਮੁਖ ਜਾਂਦਾ ਕਿੱਥੇ ਹੈ? ਹਜ਼ੂਰ ਕਹਿੰਦੇ ਨੇ ਗਰਭ ਜੋਨ, ਜਿਹੜੀ ਗਰਭ ਜੋਨੀ ਹੈ, ਜਿੱਥੇ ਵਿਸ਼ਟਾ ਦਾ ਵਾਸ ਹੈ, ਜਿੱਥੇ ਮਲ ਮੂਤਰ ਹੁੰਦਾ। ਮਾਤਾ ਦੇ ਪੇਟ ਵਿੱਚ ਹੋਰ ਹੁੰਦਾ ਵੀ ਕੀ ਹੈ? ਵਿਸ਼ਟਾ ਹੀ ਹੁੰਦੀ ਹੈ ਨਾ। ਹਜ਼ੂਰ ਕਹਿੰਦੇ ਨੇ ਗਰਭ ਜੋਨ, ਗਰਭ ਜੋਨੀ ਜਿੱਥੇ ਵਿਸ਼ਟਾ ਦਾ ਵਾਸ ਹੈ, ਤਿਤ ਘਰ ਮਨਮੁਖ ਕਰੇ ਨਿਵਾਸ। ਉਸ ਘਰ ਦੇ ਵਿੱਚ ਮਨਮੁਖ ਜਾ ਕੇ ਨਿਵਾਸ ਕਰਦਾ। ਤੇ ਜਿਹੜੇ ਗੁਰਮੁਖ ਨੇ ਉਹ ਤੇ ਵਾਹਿਗੁਰੂ ਦੇ ਸੱਚਖੰਡ ਵਿੱਚ ਜਾਂਦੇ ਨੇ। ਤੇ ਜਿਹੜਾ ਮਨਮੁਖ ਆਦਮੀ ਹੈ ਵੀ ਉਹਦਾ ਗਰਭ ਜੋਨੀ ਜਿੱਥੇ ਵਿਸ਼ਟਾ ਦਾ ਵਾਸ ਹੈ, ਉਸ ਘਰ ਦੇ ਵਿੱਚ ਨਿਵਾਸ ਹੁੰਦਾ ਹੈ। ਆਪਣੇ ਸਤਿਗੁਰ ਕੋ ਸਦਾ ਬਲ ਜਾਈ, ਗੁਰਮੁਖ ਜੋਤੀ ਜੋਤ ਮਿਲਾਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਆਪਣੇ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਬਲਿਹਾਰੀ ਗੋਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅਸੀਂ ਆਪਣੇ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਗੁਰਮੁਖ ਜੋਤੀ ਜੋਤ ਮਿਲਾਈ। ਜੇ ਸਤਿਗੁਰੂ ਨੇ ਕਿਰਪਾ ਕਰਕੇ ਜਿਹੜੀ ਸਾਡੀ ਜੋਤ ਸੀ ਆਤਮਾ ਤੇ ਜੋਤ ਮਿਲਾਈ, ਉਸਨੂੰ ਜੋਤੀ ਸਰੂਪ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ। ਕਿਉਂਕਿ ਸਤਿਗੁਰੂ ਵਿੱਚ ਇੱਕ ਐਸੀ ਸ਼ਕਤੀ ਹੈ, ਗੁਰੂ ਦੇ ਵਿੱਚ ਇਹ ਵੱਡੀ ਵਡਿਆਈ ਹੈ। ਪਿੱਛੇ ਵੀ ਹਜ਼ੂਰ ਨੇ ਆਖਿਆ ਸੀ, ਸਤਿਗੁਰ ਵਿੱਚ ਵੱਡੀ ਵਡਿਆਈ ਚਿਰੀ ਵਿਸ਼ੁੰਨੇ ਮੇਲ ਮਿਲਾਈ। ਸਤਿਗੁਰੂ ਵਿੱਚ ਇਹ ਵੱਡੀ ਵਡਿਆਈ ਹੈ, ਚਿਰਾਂ ਦੇ ਵਿਛੜਿਆਂ ਨੂੰ ਉਹ ਰੱਬ ਦੇ ਨਾਲ ਮਿਲਾ ਦਿੰਦੇ ਨੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦਹਿਦਿਸ ਭ੍ਰਮੇ ਥਕੇ ਆਏ ਪ੍ਰਭ ਕੀ ਸਾਮ। ਜਿਹੜੇ ਇਉਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਨੇ, ਹੇ ਸਤਿਗੁਰੂ ਜੀ, ਅਸੀਂ ਆਪਣੇ ਕੀਤੇ ਕਰਮਾਂ ਕਰਕੇ ਰੱਬ ਦੇ ਨਾਲੋਂ ਵਿਛੜ ਗਏ ਹਾਂ ਤੇ ਕਿਰਪਾ ਕਰੋ ਹੁਣ ਸਾਨੂੰ ਮਿਲਾ ਦਿਓ। ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ ਵੀ ਅਸੀਂ ਕਿਵੇਂ ਵਿਛੜੇ ਹਾਂ। ਜਿਵੇਂ ਸਮੁੰਦਰ ਦਾ ਪਾਣੀ ਜਦੋਂ ਜ਼ਿਆਦਾ ਗਰਮੀ ਪੈਂਦੀ ਹੈ, ਜ਼ਿਆਦਾ ਧੁੱਪ ਪੈਂਦੀ ਹੈ, ਤੇ ਉਸ ਵੇਲੇ ਸਮੁੰਦਰ ਦਾ ਪਾਣੀ ਬੁਖਾਰਾਤ ਬਣ ਕੇ ਅਸਮਾਨ ਨੂੰ ਉੱਡ ਜਾਂਦਾ। ਉਹ ਪਾਣੀ ਹਵਾ ਦੇ ਨਾਲ ਉੱਡ ਕੇ ਜਾ ਕੇ ਬਦਲਾਂ ਨੂੰ ਪਹਾੜਾਂ ਨੂੰ ਟਕਰਾਉਂਦਾ। ਫਿਰ ਉਹਨਾਂ ਪਹਾੜਾਂ ਦੇ ਨਾਲ ਟਕਰਾ ਕੇ ਤੇ ਮੀਂਹ ਬਣ ਕੇ ਹੇਠਾਂ ਵਰਦਾ। ਫਿਰ ਉਹੀ ਪਾਣੀ ਜਿਹੜਾ ਸਮੁੰਦਰ ਨਾਲੋਂ ਵਿਛੜਿਆ ਹੁੰਦਾ, ਨਦੀਆਂ ਤੇ ਨਾਲਿਆਂ ਦੇ ਰੂਪ ਦੇ ਵਿੱਚ ਵਹਿੰਦਾ ਹੋਇਆ ਫਿਰ ਉਹ ਸਮੁੰਦਰ ਵਿੱਚ ਜਾ ਕੇ ਰਲਦਾ। ਇਸੇ ਤਰ੍ਹਾਂ ਅਸੀਂ ਵੀ ਉਸ ਪਰਮਾਤਮਾ ਸਾਗਰ ਤੋਂ ਹੀ ਵਿਛੜੇ ਹੋਏ ਹਾਂ ਤੇ ਪਤਾ ਨਹੀਂ ਕਿੰਨੀਆਂ ਜੂਨਾਂ ਨੂੰ ਭੋਗ ਭੋਗ ਕੇ ਹੁਣ ਇਸ ਮਨੁੱਖਾ ਜੀਵਨ ਦੇ ਵਿੱਚ ਪਹੁੰਚੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲ ਇਹ ਦੇਹ ਸੰਜਰੀਆ। ਤੇ ਗੁਰਮੁਖ ਵਿਅਕਤੀ ਇਸ ਮਨੁੱਖਾ ਦੇਹ ਦੇ ਵਿੱਚ ਆ ਕੇ ਗੁਰੂ ਦੀ ਸ਼ਰਨ ਲੈਂਦੇ ਨੇ, ਗੁਰੂ ਦੀ ਦੀਖਿਆ ਸਿੱਖਿਆ ਨੂੰ ਕਮਾਉਂਦੇ ਨੇ ਤੇ ਫਿਰ ਸਤਿਗੁਰੂ ਉਹਨਾਂ ਦੀ ਜੋਤ ਆਤਮਾ ਨੂੰ ਉਸ ਪਰਮਾਤਮਾ ਦੀ ਜੋਤ ਵਿੱਚ ਮਿਲਾ ਦਿੰਦੇ ਹਨ। ਨਿਰਮਲ ਬਾਣੀ ਨਿਜ ਘਰ ਵਾਸਾ, ਨਾਨਕ ਹੋ ਮੈਂ ਮਾਰੇ ਸਦਾ ਉਦਾਸਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸਤਿਗੁਰੂ ਦੀ ਬਾਣੀ ਬਹੁਤ ਨਿਰਮਲ ਹੈ, ਬੜੀ ਪਵਿੱਤਰ ਹੈ। ਨਿਰਮਲ 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 ਤੇਰੀ ਬਾਣੀ। ਇਹ ਜਿਹੜੀ ਨਿਰਮਲ ਬਾਣੀ ਦੁਆਰਾ ਨਿਜ ਘਰ ਵਾਸਾ, ਉਹਨਾਂ ਗੁਰਮੁਖਾਂ ਦਾ ਆਪਣੇ ਅਸਲੀ ਘਰ ਦੇ ਵਿੱਚ ਵਾਸਾ ਹੋ ਜਾਂਦਾ। ਅਸਲੀ ਘਰ ਕਿਹੜਾ ਹੈ? ਉਹ ਹੈ ਸਵੈ ਸਰੂਪ, ਤੁਰਿਆ ਪਦ, ਆਤਮਕ ਅਡੋਲ ਅਵਸਥਾ। ਜਦੋਂ ਕੋਈ ਗੁਰਸਿੱਖ ਮਾਈ ਭਾਈ ਇਸ ਨਿਰਮਲ ਬਾਣੀ ਨਾਲ ਜੁੜਦਾ ਹੈ, ਅੰਦਰੋਂ ਜੁੜਦਾ, ਫਿਰ ਉਹਦਾ ਉਸ ਨਿਜ ਘਰ ਦੇ ਵਿੱਚ ਵਾਸਾ ਹੁੰਦਾ ਹੈ। ਨਾਨਕ ਹਉਮੈ ਮਾਰੇ ਸਦਾ ਉਦਾਸਾ। ਹਜ਼ੂਰ ਕਹਿੰਦੇ ਨੇ, ਜਿਹੜਾ ਗੁਰਮੁਖ ਹਉਮੈ ਨੂੰ ਮਾਰ ਦੇਵੇ ਤੇ ਫਿਰ ਉਹ ਹਮੇਸ਼ਾ ਲਈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਵੱਲੋਂ ਉਦਾਸ ਰਹਿੰਦਾ ਹੈ। ਆਸਾ ਮਹੱਲਾ ਤੀਜਾ। ਲਾਲੈ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ। ਹੁਣ ਅੱਗੇ ਸੇਵਕ ਦੀ ਅਵਸਥਾ ਦਾ ਜ਼ਿਕਰ ਕਰਨ ਲੱਗੇ ਨੇ।
ਇਹਦੇ ਵਿੱਚ ਜਿਹੜਾ ਲਾਲਾ ਸ਼ਬਦ ਸਤਿਗੁਰੂ ਮਹਾਰਾਜ ਨੇ ਵਰਤਿਆ ਹੈ ਨਾ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਹਨ ਕਿ ਜਦੋਂ ਮੁਸਲਮਾਨਾਂ ਦਾ ਹਿੰਦੁਸਤਾਨ ਤੇ ਰਾਜ ਹੋਇਆ ਤੇ ਉਹਨਾਂ ਨੇ ਬਈ ਜਿਹੜੇ ਹਿੰਦੁਸਤਾਨੀ ਗੁਲਾਮ ਸਨ ਤੇ ਉਹਨਾਂ ਨੂੰ ਲਾਲੇ ਸ਼ਬਦ ਦੁਆਰਾ ਸੰਬੋਧਨ ਕਰਦੇ ਸਨ। ਲਾਲੇ ਦਾ ਅਰਥ ਹੋ ਗਿਆ ਗੁਲਾਮ। ਕਿਉਂਕਿ ਠੀਕ ਹੈ, ਭਾਵੇਂ ਹਿੰਦੁਸਤਾਨ ਦੇ ਵਿੱਚ ਜਿਹੜੇ ਹਿੰਦੂ ਲੋਕ ਨੇ ਉਹ ਲਾਲਾ ਸ਼ਬਦ ਸਤਿਕਾਰ ਨਾਲ ਵੀ ਵਰਤਦੇ ਨੇ। ਖਾਸ ਕਰਕੇ ਜਿਹੜੀ ਇਹ ਬਾਣੀਆਂ ਬਰਾਦਰੀ ਹੈ ਉਹਦੇ ਵਿੱਚ ਇਹ ਸ਼ਬਦ ਆਮ ਵਰਤੋਂ ਜਾਂਦਾ ਹੈ ਵੀ ਲਾਲਾ ਜੀ। ਪਰ ਜਿਹੜੇ ਮੁਸਲਮਾਨ ਲੋਕ ਸਨ ਤੇ ਉਹ ਲਾਲੇ ਦਾ ਅਰਥ ਗੁਲਾਮ ਕਹਿੰਦੇ ਸਨ। ਫਾਰਸੀ ਵਿੱਚ ਲਾਲੇ ਦਾ ਅਰਥ ਹੁੰਦਾ ਹੈ ਗੁਲਾਮ, ਤੇ ਜਿਹੜਾ ਹਿੰਦ ਸ਼ਬਦ ਹੈ, ਹਿੰਦ ਦਾ ਅਰਥ ਫਾਰਸੀ ਵਿੱਚ ਚੋਰ ਲਿਖਿਆ। ਇਸੇ ਲਈ ਵੀ ਜਦੋਂ ਵਿਦੇਸ਼ੀ ਲੋਕ ਹਿੰਦੁਸਤਾਨ ਦੇ ਵਿੱਚ ਆਉਂਦੇ ਸਨ, ਹਿੰਦੁਸਤਾਨ ਦਾ ਮਤਲਬ ਉਹਨਾਂ ਦੀ ਡਿਕਸ਼ਨਰੀ ਵਿੱਚ ਹੁੰਦਾ ਵੀ ਚੋਰਾਂ ਦਾ ਦੇਸ਼। ਤੇ ਜਿਹੜਾ ਲਾਲਾ ਸ਼ਬਦ ਸੀ, ਲਾਲਾ ਦਾ ਅਰਥ ਹੁੰਦਾ ਗੁਲਾਮ। ਉਹਨਾਂ ਦੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਇਹਨਾਂ ਨਾਵਾਂ ਦੇ ਜਿਹੜੇ ਮਤਲਬ ਉਹ ਵੱਖਰੇ ਲਏ ਗਏ ਸਨ। ਤੇ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਲਾਲਾ ਸ਼ਬਦ ਵਰਤਿਆ ਹੈ, ਇਹਦਾ ਅਰਥ ਹੈ ਗੁਲਾਮ, ਇਹਦਾ ਅਰਥ ਹੈ ਨੌਕਰ, ਇਹਦਾ ਅਰਥ ਹੈ ਸੇਵਕ। ਵੀ ਸੇਵਕ ਕਿਹੋ ਜਿਹਾ ਹੋਣਾ ਚਾਹੀਦਾ, ਗੁਲਾਮ ਕਿਹੋ ਜਿਹਾ ਹੋਣਾ ਚਾਹੀਦਾ। ਕਿਉਂਕਿ ਆਪਾਂ ਵੀ ਗੁਰੂ ਘਰ ਦੇ ਗੁਲਾਮ ਹਾਂ, ਆਪਾਂ ਵੀ ਗੁਰੂ ਦੇ ਦਾਸ ਹਾਂ, ਆਪਾਂ ਵੀ ਗੁਰੂ ਦੇ ਲਾਲੇ ਹਾਂ। ਲਓ ਹਜ਼ੂਰ ਇੱਥੇ ਅਸਲੀ ਸੇਵਕ ਦੀ ਅਵਸਥਾ ਬਿਆਨ ਕਰਦੇ ਹਨ। ਸੋ ਲਾਲਾ ਜੀਵਤ ਮਰੈ, ਸੋਗ ਹਰਖ ਦੋ ਸਮ ਕਰ ਜਾਣੈ, ਗੁਰ ਪ੍ਰਸਾਦੀ ਸ਼ਬਦ ਉਧਰੈ ਰਹਾਉ। ਅਸਲੀ ਸੇਵਕ ਦੀ, ਅਸਲੀ ਗੁਲਾਮ ਦੀ ਨਿਸ਼ਾਨੀ ਇਹ ਹੈ ਸੋ ਲਾਲਾ। ਅਸਲੀ ਉਹ ਲਾਲਾ ਗੁਰੂ ਘਰ ਦਾ ਖਾਦਮ ਹੈ, ਉਹ ਗੁਰੂ ਕਾ ਗੁਲਾਮ ਹੈ ਜਿਹੜਾ ਜੀਵਤ ਭਾਵ ਤੋਂ ਮਰ ਜਾਂਦਾ ਹੈ। ਇਹ ਅਸਲੀ ਲਾਲੇ ਦੀ ਅਵਸਥਾ ਹੈ। ਸੋਗ ਹਰਖ ਦੋ ਸਮ ਕਰ ਜਾਣੈ, ਜੇ ਮਾਲਕ ਦੇ ਵੱਲੋਂ ਕੋਈ ਦਾਤ ਪ੍ਰਾਪਤ ਹੋ ਜਾਵੇ ਬਹੁਤਾ ਖੁਸ਼ ਨਾ ਹੋਵੇ, ਤੇ ਜੇ ਵਾਪਸ ਲੈ ਲਵੇ ਬਹੁਤਾ ਸੋਗ ਵੀ ਨਾ ਕਰੇ। ਖੁਸ਼ੀ ਤੇ ਗਮੀ ਨੂੰ ਦੋਹਾਂ ਨੂੰ ਇੱਕ ਬਰਾਬਰ ਕਰਕੇ ਜਾਣੇ, ਇਹ ਅਸਲੀ ਸੇਵਕ ਦੀ ਅਵਸਥਾ ਹੋਣੀ ਚਾਹੀਦੀ ਹੈ। ਗੁਰ ਪ੍ਰਸਾਦੀ ਸ਼ਬਦ ਉਧਰੈ, ਫਿਰ ਉਹ ਗੁਰੂ ਦੀ ਕਿਰਪਾ ਦੁਆਰਾ ਗੁਰੂ ਕੇ ਸ਼ਬਦ ਨਾਮ ਬਾਣੀ ਦੇ ਨਾਲ ਲੱਗ ਕੇ ਉਧਰੈ ਇਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਇਹ ਅਸਲੀ ਸੇਵਕ ਦੀ ਅਵਸਥਾ ਸਤਿਗੁਰੂ ਮਹਾਰਾਜ ਨੇ ਸ਼ਬਦ ਵਿੱਚ ਬਿਆਨ ਕੀਤੀ ਹੈ। ਲਾਲੈ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਸਲੀ ਸੇਵਕ ਦੀ ਅਵਸਥਾ ਬਿਆਨ ਕਰਦੇ ਨੇ। ਲਾਲੈ ਆਪਣੀ ਜਾਤ ਗਵਾਈ, ਵੀ ਜਿਹੜਾ ਅਸਲੀ ਗੁਰੂ ਕਾ ਗੁਲਾਮ ਹੈ, ਗੁਰੂ ਦਾ ਸੇਵਕ ਹੈ, ਤੇ ਉਸਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸਿੱਖੀ ਧਾਰਨ ਕਰ ਲਈ, ਤੇ ਉਸ ਸੇਵਕ ਨੇ ਆਪਣੀ ਜਿਹੜੀ ਪਹਿਲੀ ਜਾਤ ਸੀ ਉਸ ਨੂੰ ਉੱਕਾ ਹੀ ਗਵਾ ਦਿੱਤਾ। ਤਨ ਮਨ ਅਰਪੇ ਸਤਿਗੁਰ ਸਰਣਾਈ, ਕਿ ਉਸਨੇ ਆਪਣਾ ਤਨ ਵੀ ਤੇ ਮਨ ਵੀ ਸਤਿਗੁਰੂ ਦੀ ਸ਼ਰਨ ਵਿੱਚ ਲਿਆ ਕੇ ਭੇਟ ਕਰ ਦਿੱਤਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ। ਇਹ ਸੇਵਕ ਦੀ ਅਸਲੀ ਅਵਸਥਾ ਹੈ। ਅਸਲੀ ਸੇਵਕ ਉਹ ਹੈ ਜਿਸਨੇ ਆਪਣੀ ਜਾਤ ਗਵਾ ਦਿੱਤੀ। ਜਿੱਥੋਂ ਤੱਕ ਜਾਤ ਦਾ ਸਵਾਲ ਹੈ, ਭਾਵੇਂ ਠੀਕ ਹੈ ਹਿੰਦੁਸਤਾਨ ਨੂੰ ਆਜ਼ਾਦ ਹੋਇਆਂ ਕਾਫੀ ਸਮਾਂ ਹੋ ਗਿਆ, ਪਰ ਜਿੱਥੋਂ ਤੱਕ ਜਾਤ ਪਾਤ ਦਾ ਸਵਾਲ ਹੈ ਉਹ ਸਾਡੇ ਅੰਦਰੋਂ ਨਹੀਂ ਨਿਕਲੀ। ਅਸੀਂ ਭਾਵੇਂ ਗੁਰੂ ਦੇ ਸਿੱਖ ਵੀ ਅਖਵਾਉਂਦੇ ਹਾਂ, ਜਾਤ ਪਾਤ ਦਾ ਪ੍ਰਭਾਵ ਸਾਡੇ ਉੱਤੇ ਵੀ ਪ੍ਰਤੱਖ ਦਿਖਾਈ ਦੇ ਰਿਹਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਸਾਡੇ ਤੇ ਇੱਕ ਮਹਾਨ ਬਖਸ਼ਿਸ਼ ਕੀਤੀ ਸੀ। ਇੱਕ ਐਸਾ ਸਤਿਗੁਰੂ ਨੇ ਉਪਦੇਸ਼ ਦਿੱਤਾ ਸੀ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਸਾਨੂੰ ਸਤਿਗੁਰੂ ਨੇ ਚਾਰੇ ਵਰਨਾਂ ਦੇ ਲਈ ਸਾਂਝਾ ਉਪਦੇਸ਼ ਦਿੱਤਾ ਸੀ, ਤੇ ਨਾਲ ਇਹ ਵੀ ਆਖਿਆ ਸੀ, ਚਾਰ ਵਰਨ ਇੱਕ ਵਰਨ ਕਰ ਪੈਰੀ ਪਵਨਾ ਜਗ ਵਰਤਾਇਆ। ਚਾਰੇ ਵਰਨਾਂ ਦਾ ਇੱਕੋ ਹੀ ਵਰਨ ਬਣਾਇਆ ਸੀ। ਭਾਵ ਸਤਿਗੁਰੂ ਨੇ ਆਖਿਆ, ਗੁਰਸਿੱਖਾ ਤੇਰੀ ਪਿਛਲੀ ਜਾਤ, ਤੇਰਾ ਪਿਛਲਾ ਖਾਨਦਾਨ, ਤੇਰਾ ਧਰਮ ਕਰਮ ਸਾਰਾ ਹੀ ਖਤਮ ਹੋ ਗਿਆ।
ਅੱਜ ਤੋਂ ਤੂੰ ਗੁਰੂ ਦਾ ਸਿੱਖ ਬਣ ਗਿਆ। ਤੇ ਅਸਲੀ ਸਿੱਖ ਉਹ ਹੈ ਜਿਸਨੇ ਆਪਣੀ ਜਾਤ ਗਵਾ ਦਿੱਤੀ ਹੋਵੇ। ਜੇ ਹਾਲੇ ਅਸੀਂ ਜਾਤੀ ਨਾਲ ਜੁੜੇ ਹਾਂ, ਅਸੀਂ ਹਾਲੇ ਪੂਰੇ ਗੁਰੂ ਦੇ ਸਿੱਖ ਨਹੀਂ ਬਣੇ। ਅਸੀਂ ਆਪਣੇ ਆਪ ਨੂੰ ਸਤਿਗੁਰੂ ਨੂੰ ਧਰਮ ਪਿਤਾ ਨਹੀਂ ਬਣਾਇਆ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਅੰਮ੍ਰਿਤ ਛਕਣ ਦਾ ਹੁਕਮ ਕੀਤਾ ਤੇ ਨਾਲ ਇਹ ਆਖਿਆ ਸੀ, ਜਿਹੜਾ ਗੁਰਸਿੱਖ ਮਾਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਮੈਂ ਉਸ ਦਾ ਧਰਮ ਪਿਤਾ ਹਾਂ ਤੇ ਮਾਤਾ ਉਸਦੀ ਸਾਹਿਬ ਕੌਰ ਹੋਵੇਗੀ, ਵਾਸੀ ਅਨੰਦਪੁਰ ਸਾਹਿਬ ਦਾ ਹੋਵੇਗਾ, ਨਾਨਕੇ ਗੁਰੂ ਕੇ ਲਾਹੌਰ ਹੋਣਗੇ ਤੇ ਬਾਕੀ ਜਿਹੜੀ ਉਹਦੀ ਪਿਛਲੀ ਜਾਤ ਪਾਤ ਕੁਲ ਧਰਮ ਕਰਮ ਸਭ ਖਤਮ ਹੋ ਗਏ। ਇਹ ਕਲਗੀਧਰ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਛਕਣ ਵੇਲੇ ਸਿੱਖਿਆ ਦਿੱਤੀ ਸੀ, ਪਰ ਅਸੀਂ ਉਸ ਨੂੰ ਭੁੱਲ ਗਏ ਹਾਂ। ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਸਲੀ ਸੇਵਕ ਦੀ ਨਿਸ਼ਾਨੀ ਦੱਸਦੇ ਨੇ, ਲਾਲੇ ਆਪਣੀ ਜਾਤ ਗਵਾਈ। ਅਸਲੀ ਸੇਵਕ ਉਹ ਹੈ ਜਿਸ ਨੇ ਆਪਣੀ ਜਾਤ ਗਵਾ ਲਈ, ਭਾਵ ਗੁਰੂ ਦਾ ਸਿੱਖ ਬਣ ਕੇ ਜਾਤ ਪਾਤ ਦਾ ਖਹਿੜਾ ਛੱਡ ਦਿੱਤਾ, ਤਨ ਮਨ ਅਰਪੇ ਸਤਿਗੁਰ ਸੁਰਨਾਈ ਤੇ ਆਪਣਾ ਤਨ ਤੇ ਮਨ ਗੁਰੂ ਦੀ ਸ਼ਰਨ ਵਿੱਚ ਭੇਟ ਕਰ ਦਿੱਤਾ, ਤੇ ਉਹ ਅਸਲੀ ਗੁਰੂ ਦਾ ਸਿੱਖ ਤੇ ਗੁਰੂ ਦਾ ਸੇਵਕ ਸਦਵਾ ਸਕਦਾ ਹੈ। ਪਰ ਸਾਡੇ ਵਿੱਚ ਇਹ ਜਾਤੀ ਦਾ ਭਾਵ ਹਾਲੇ ਖਤਮ ਨਹੀਂ ਹੋਇਆ।